ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਆਏ ਪ੍ਰਭ ਸ਼ਰਨਾਗਤੀ ਕਿਰਪਾ ਨਿਧ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਅੰਦਰ ਸੱਚਾ ਨਿਉ ਲਾਇਆ ਪ੍ਰੀਤਮ ਆਪਣ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ ਤੁਧ ਆਗੇ ਅਰਦਾਸ ਹਮਾਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ। ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਅਪਾਰ ਰਹਿਮਤ ਕਿਰਪਾ ਕਰ ਰਹੇ ਨੇ। ਅੰਮ੍ਰਿਤ ਵੇਲੇ ਦੇ ਸੁਭਾਗ ਸਮੇਂ ਅਗਾਧ ਬੋਧ ਗੁਰਬਾਣੀ ਦੇ ਜਾਪ ਸੇਵਾ ਸਿਮਰਨ ਅਮੋਲਕ ਬਚਨਾਂ ਦੀ ਵਿਚਾਰ ਸੰਗਤਾਂ ਦੇ ਦਰਸ਼ਨ ਮੇਲੇ ਸਤ ਸੰਗਤ ਦੇ ਮਹਾਨ ਕੁੰਭ ਗੁਰੂ ਸਾਹਿਬ ਜੀ ਨੇ ਬਖਸ਼ੇ ਹਨ। ਮਹਾਰਾਜ ਦਾ ਕੋਟਾਨ ਕੋਟ ਵਾਰ ਧੰਨਵਾਦ ਹੈ, ਸ਼ੁਕਰ ਹੈ ਦਾਤੇ ਦਾ ਸੇਵਾ ਦਾ ਸੁਭਾਗ ਸਮਾਂ ਬਖਸ਼ਿਆ। ਜਿੰਨੀਆਂ ਵੀ ਸੰਗਤਾਂ ਸਤਿਗੁਰਾਂ ਦੇ ਚਰਨਾਂ 'ਚ ਮਨ ਕਰਕੇ ਹਾਜ਼ਰੀਆਂ ਭਰ ਰਹੇ ਹੋ, ਸਾਰੇ ਹੀ ਧੰਨਤਾ ਦੇ ਯੋਗ ਹੋ। ਆਓ ਗੁਰਮੁਖ ਪਿਆਰਿਓ, ਜਿੰਨਾ ਕੁ ਸਮਾਂ ਮਹਾਰਾਜ ਬਖਸ਼ਦੇ ਨੇ ਮਨ ਬਿਰਤੀਆਂ ਕਾਗਰ ਕਰਕੇ ਸਤਿਗੁਰਾਂ ਦੇ ਅਮੋਲਕ ਬਚਨਾਂ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਲੜੀਵਾਰ ਕਥਾ ਉਹਦੀ ਕਿਰਪਾ ਦੇ ਨਾਲ ਕਰ ਸੁਣ ਰਹੇ ਹਾਂ। ਕੱਲ ਜੋ ਵਿਚਾਰਿਆ ਸੀ, ਜਿਨ੍ਹਾਂ ਦੇ ਹਿਰਦੇ 'ਚ ਪਰਮਾਤਮਾ ਰੂਪੀ ਵਰ ਕਹੀਏ ਪਤੀ ਪ੍ਰਾਪਤ ਹੋਇਆ, ਉਹੀ ਸੁਹਾਗਣਾ ਨੇ, ਉਹ ਸੁਹਾਗ ਵਾਲੀਆਂ ਨੇ। ਪਰਮਾਤਮਾ ਦੇ ਸਰੂਪ ਰੂਪੀ ਘਰ ਵਿੱਚ ਉਹ ਸੁਹਾਗਣਾ ਪਤੀ ਵਾਲੀਆਂ ਹਨ। ਪਰ ਇਹ ਅਵਸਥਾ ਉਹਨਾਂ ਨੂੰ ਹੀ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਨੂੰ ਗੁਰੂ ਨੇ ਸੱਚੇ ਨਾਮ ਦੀ ਦਾਤ ਦੇ ਕੇ
ਪਾਪਾਂ ਦੀ ਮੈਲ ਤੋਂ ਉਜਲ ਕਰ ਦਿੱਤਾ ਹੈ, ਜਿਹੜੇ ਨਿਰਮਲ ਹੋ ਗਏ, ਜਿਨ੍ਹਾਂ ਦੇ ਸੰਕਲਪ ਵਿਕਲਪ ਫੁਰਨੇ ਨਿਰਮਲ ਹੋ ਗਏ। ਜਿਸ ਜਗਿਆਸੂ ਰੂਪ ਇਸਤਰੀ ਦਾ ਮਨ ਹਰ ਵਕਤ ਪਦਾਰਥਾਂ 'ਚ ਜੁੜਿਆ ਰਹਿੰਦਾ ਹੈ, ਜੇਕਰ ਉਹਦਾ ਮਨ ਪਰਮੇਸ਼ਰ ਦੇ ਮੰਨਣ ਕਰਨ 'ਚ, ਸਤਿਗੁਰਾਂ ਦੇ ਹੁਕਮ ਨੂੰ ਮੰਨਣ ਦੇ ਵਿੱਚ ਜੀਵਤ ਭਾਵ ਤੋਂ ਮਰ ਜਾਵੇ, ਜੇਕਰ ਆਹ ਮਨੌਤਾਂ ਜਿਹੜੀਆਂ ਨੇ ਮੋਹ ਮਾਇਆ ਮਮਤਾ ਮਨੌਤ ਮਰ ਜਾਵੇ, ਤਾਂ ਫਿਰ ਉਹ ਜਗਿਆਸੂ ਰੂਪ ਇਸਤਰੀ ਪਰਮਾਤਮਾ ਦੇ ਆਨੰਦ ਨੂੰ ਮਾਣ ਸਕਦੀ ਹੈ। ਜੀਵਨ ਬੜਾ ਛੋਟਾ ਹੈ, ਵੇਖਾਂਗੇ ਨਾ ਗਊ ਦੇ ਨਾਲ ਬੜੀ ਛੋਟੀ ਜਿਹੀ ਜ਼ਿੰਦਗੀ ਆ, ਬਹੁਤ ਜ਼ਿਆਦਾ ਇਤਨੀ ਸਪੀਡ ਨਾਲ ਇਹ ਚੱਲ ਰਹੀ ਆ, ਪਤਾ ਨਹੀਂ ਲੱਗਦਾ ਕਦੋਂ ਸਮਾਂ ਗੁਜ਼ਰ ਜਾਂਦਾ। ਸਾਡੇ ਜੀਵਨ ਵਿੱਚ ਜਿਹੜੀਆਂ 10-20 ਸਾਲ ਪਹਿਲਾਂ ਗੱਲਾਂ ਹੋਈਆਂ ਨੇ, ਸਾਨੂੰ ਲੱਗਦਾ ਜੇ ਕੱਲ੍ਹ ਦੀਆਂ ਗੱਲਾਂ ਨੇ, ਸਮਾਂ ਗੁਜ਼ਰ ਰਿਹਾ। ਅੱਗੇ ਮਹਾਰਾਜ ਕਹਿੰਦੇ ਆ ਜੀ, ਇੱਕ ਤਾਂ ਤਾਗੇ ਰਲ ਮਿਲੇ ਗਲ ਮੋਤੀਆਂ ਕਾ ਹਾਰ। ਜਿਸ ਤਰ੍ਹਾਂ ਇੱਕ ਤਾਗੇ ਵਿੱਚ ਰਲ ਮਿਲ ਕੇ ਸਾਰੇ ਮੋਤੀ ਆਪਸ ਵਿੱਚ ਮਿਲ ਜਾਂਦੇ ਨੇ, ਫਿਰ ਉਹ ਮੋਤੀਆਂ ਦਾ ਹਾਰ ਗਲ ਵਿੱਚ ਸੋਭਨੀਕ ਹੁੰਦਾ ਹੈ। ਇਸ ਪ੍ਰਕਾਰ ਜੋ ਗੁਰਮੁਖ ਹਨ, ਉਹ ਏਕਤਾ ਰੂਪ ਤਾਗੇ ਵਿੱਚ, ਸ਼ਬਦ ਰੂਪ ਤਾਗੇ ਵਿੱਚ ਮਿਲ ਕੇ ਫਿਰ ਜੀਵਨ ਮੁਕਤ ਗੁਰਮੁਖ ਲਿਵ ਲਾ ਕੇ ਮਨ ਬਾਣੀ ਸਰੀਰ ਕਰਕੇ ਉਹ ਗੁਰਮੁਖ ਰਲਦੇ ਨੇ, ਤੇ ਮੋਤੀਆਂ ਦੇ ਹਾਰ ਦੀ ਤਰ੍ਹਾਂ ਵਾਹਿਗੁਰੂ ਦੇ ਕੰਠ ਦਾ ਹਾਰ ਬਣ ਜਾਂਦੇ ਨੇ। ਜਿਵੇਂ ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ, ਭਾਈ ਪਾਰੋ ਜੀ, ਭਾਈ ਵਿਧੀ ਚੰਦ ਜੀ, ਹੋਰ ਬੇਅੰਤ ਗੁਰਮੁਖ ਜੀਵਨ ਮੁਕਤ ਮੋਤੀਆਂ ਦੇ ਹਾਰ ਵਾਂਗ ਵਾਹਿਗੁਰੂ ਕਾਲ ਪੁਰਖ ਦੇ ਕੰਠ ਦੇ ਵਿੱਚ ਸੋਭਦੇ ਨੇ, ਭਾਵ ਉਹਦੇ ਸਰੂਪ ਵਿੱਚ ਅਭੇਦ ਹੋ ਜਾਂਦੇ ਆ। ਜੋ ਤਤ ਸਰੂਪ ਪਰਮਾਤਮਾ ਤਾਗੇ ਕਹੀਏ ਸੂਤ ਦੇ ਨਿਆਈ ਚੇਤਨ ਸਰੂਪ ਹੋ ਕੇ ਸਾਰਿਆਂ ਵਿੱਚ ਮਿਲੇ ਹੈ, ਉਹਦੇ ਨਾਮ ਦੇ ਵਿੱਚ ਰਲ ਕੇ ਉਹਦੇ ਸਰੂਪ ਵਿੱਚ ਮਿਲ ਜਾਂਦੇ ਨੇ। ਵੈਰਾਗ ਵਿਵੇਕ, ਇਹ ਜਿਹੜੇ ਮੋਤੀ ਨੇ, ਇਹਨਾਂ ਦਾ ਹਾਰ ਉਹਨਾਂ ਦੇ ਅੰਤਸ਼ਕਰਨ ਰੂਪੀ ਕੰਠ ਵਿੱਚ ਸ਼ੋਭਦਾ ਹੈ। ਭਾਵ ਪਰੋਖ ਅਪਰੋਖ ਗਿਆਨ ਰੂਪ ਹਾਰ ਜਿਹੜਾ ਵਾ ਮੋਤੀਆਂ ਵਾਂਗ ਉਹਨਾਂ ਦੇ ਕੰਠ ਦੇ ਵਿੱਚ ਸ਼ੋਭਦਾ ਹੈ। ਸੰਤ ਸਭਾ ਸੁਖ ਉਪਜੈ, ਗੁਰਮੁਖ ਨਾਮ ਆਧਾਰ। ਸੰਤ ਕਹੀਏ ਸ਼ਾਂਤ ਚਿੱਤ ਵਾਲੇ ਮਹਾਂਪੁਰਖ, ਉਹਨਾਂ ਦੀ ਸੰਗਤ ਜਿਹੜੀ ਆ, ਸਭਾ ਜਿਹੜੀ ਆ, ਉਹਦੇ ਵਿੱਚ ਸ਼ਰਧਾ ਭਾਵਨਾ ਦੇ ਸਹਿਤ ਜਾਣ ਕਰਕੇ ਆਤਮਿਕ ਸੁੱਖ ਕਹੀਏ ਆਨੰਦ ਪੈਦਾ ਹੁੰਦਾ ਹੈ, ਅਤੇ ਉਹਨਾਂ ਗੁਰਮੁਖਾਂ ਨੂੰ ਕੇਵਲ ਪਰਮੇਸ਼ਰ ਦਾ ਨਾਮ ਹੀ ਆਸਰਾ ਹੁੰਦਾ ਹੈ। ਮੁਖੀ ਗੁਰਾਂ ਦੁਆਰਾ ਆਸਰਾ ਰੂਪ ਨਾਮ ਪ੍ਰਾਪਤ ਹੋ ਜਾਂਦਾ ਉਹਨਾਂ ਨੂੰ, ਜਿਨ੍ਹਾਂ ਨੇ ਮਨ ਕਰਕੇ ਜਾਣਾ ਕੀਤਾ ਹੈ। ਤੇ ਸਤਿਗੁਰੂ ਕਹਿੰਦੇ ਆ, ਖਿਨ ਮੈਂ ਉਪਜੈ ਖਿਨ ਖਪੈ, ਖਿਨ ਆਵੈ ਖਿਨ ਜਾਏ। ਉਹ ਸੰਸਾਰੀ ਪਦਾਰਥ ਨੇ ਜਿੰਨੇ ਵੀ ਇਹ ਸੰਸਾਰੀ ਪਦਾਰਥ ਨੇ, ਇੱਕ ਖਿਨ ਦੇ ਵਿੱਚ, ਛਿਣ ਦੇ ਵਿੱਚ ਪੈਦਾ ਹੁੰਦੇ ਨੇ,
ਤੇ ਦੂਸਰੇ ਛਿਨ ਦੇ ਵਿੱਚ ਖੱਪ ਜਾਂਦੇ ਨੇ, ਭਾਵ ਨਾਸ ਹੋ ਜਾਂਦੇ ਨੇ। ਸਾਡਾ ਮਨ ਇਹਨਾਂ ਪਦਾਰਥਾਂ ਵਿੱਚ ਖਿਨ ਖਿਨ ਕਾਲ ਨੂੰ ਆਉਂਦਾ ਜਾਂਦਾ ਰਹਿੰਦਾ ਹੈ, ਭਾਵ ਮਨ ਇਹਨਾਂ ਪਦਾਰਥਾਂ ਵਿੱਚ ਭਟਕਦਾ ਰਹਿੰਦਾ ਹੈ। ਜਦੋਂ ਪ੍ਰਾਪਤ ਹੁੰਦੇ ਨੇ ਉਦੋਂ ਖੁਸ਼ ਰਹਿੰਦਾ ਹੈ, ਹੰਕਾਰ ਕਰਦਾ ਹੈ, ਤੇ ਜਦੋਂ ਚਲੇ ਜਾਂਦੇ ਨੇ ਫਿਰ ਦੁਖੀ ਹੁੰਦਾ ਹੈ। ਅਸੀਂ ਭਾਵ ਐਸੀ ਇਸ ਮਨ ਦੀ ਹਾਲਤ ਹੈ ਜਿਸ ਛਿਨ ਹਿਰਦੇ ਵਿੱਚ ਸੰਤੋਖ ਪੈਦਾ ਹੁੰਦਾ ਹੈ, ਉਸੇ ਛਿਨ ਮੋਹ ਜਿਹੜਾ ਹੈ ਨਾਸ ਹੋ ਜਾਂਦਾ ਹੈ, ਖੱਪ ਜਾਂਦਾ ਹੈ। ਜਿਸ ਖਿਨ ਵਿੱਚ ਸੱਤ ਪੈਦਾ ਹੁੰਦਾ ਹੈ, ਉਸੇ ਛਿਨ ਝੂਠ ਦਾ ਨਾਸ ਹੋ ਜਾਂਦਾ ਹੈ। ਭਾਵ ਜਦੋਂ ਚੰਗੀ ਵਿਚਾਰ ਸਾਡੇ ਅੰਦਰ ਪੈਦਾ ਹੋਏਗੀ, ਉੱਥੇ ਮਾੜੀ ਵਿਚਾਰ ਦਾ, ਮਾੜਾ ਖਿਆਲ ਜਿਹੜਾ ਵਾ ਉਹਦਾ ਨਾਸ ਹੋ ਜਾਂਦਾ ਹੈ। ਕਹਿੰਦੇ ਜਿਸ ਛਿਨ ਸ਼ੁਭ ਗੁਣ ਆਉਂਦੇ ਨੇ, ਉਸੇ ਛਿਨ ਅਸ਼ੁਭ ਗੁਣ ਜਿਹੜੇ ਨੇ ਚਲੇ ਜਾਂਦੇ ਨੇ। ਜਿਸ ਛਿਨ ਦੇ ਵਿੱਚ ਸਰਵਣ ਗਿਆਨ ਪੈਦਾ ਹੁੰਦਾ ਹੈ, ਉਸੇ ਛਿਨ ਪ੍ਰਮਾਣਗਤ ਸੰਸਾ ਖੱਪ ਜਾਂਦਾ ਹੈ। ਜਿਸ ਖਿਨ ਵਿੱਚ ਮੰਨਣ ਆ ਜਾਂਦਾ ਹੈ, ਉਸੇ ਛਿਨ ਵਿੱਚ ਪ੍ਰਯਗਤ ਸੰਸਾ ਜਿਹੜਾ ਨਾਸ ਹੋ ਜਾਂਦਾ ਹੈ। ਜਿਸ ਛਿਨ ਦੇ ਵਿੱਚ ਨਿਧਿਆਸਨ ਪੈਦਾ ਹੁੰਦਾ ਹੈ, ਉਸੇ ਛਿਨ ਵਿਪਰਜੇ ਬੁੱਧੀ ਖੱਪ ਜਾਂਦੀ ਹੈ। ਭਾਵ ਸਾਡੀ ਬੁੱਧੀ ਮਤ ਸਾਡੀ ਵਿਪਰੀਤ, ਭਾਵ ਵਿਰੋਧੀ ਕਰਮ ਕਰਨਾ ਹੈ। ਕਿਉਂਕਿ ਜਦ ਕਿਸੇ ਨੇ ਨਾਸ ਹੋਣਾ ਨਾ ਜੀ, ਨਾਸ ਖਾਤਮਾ ਕਹੀਏ, ਉਦੋਂ ਬੰਦੇ ਦੀ ਬੁੱਧੀ ਕੰਮ ਕਰਨਾ ਛੱਡ ਦਿੰਦੀ ਹੈ, ਸ਼ੁਭ ਗੁਣਾ ਵੱਲੋਂ। ਭਾਵ ਭਗਵਾਨ ਕ੍ਰਿਸ਼ਨ ਜੀ ਗੀਤਾ 'ਚ ਕਹਿੰਦੇ ਆ, ਵਿਨਾਸ਼ ਕਾਲੈ ਵਿਪਰੀਤ ਬੁੱਧਾ। ਵਿਪਰੀਤ ਕਹੀਏ ਵਿਰੋਧੀ, ਉਲਟ ਕੰਮ ਕਰਨ ਲੱਗ ਜਾਂਦੀ ਹੈ ਬੁੱਧੀ। ਪਰ ਉੱਥੇ ਜਦੋਂ ਛਿਨ ਦੇ ਵਿੱਚ ਨਿਧਿਆਸਨ ਪੈਦਾ ਹੋ ਜਾਂਦਾ ਹੈ, ਆਸਥਾ ਬਣ ਜਾਂਦੀ ਹੈ ਪ੍ਰੇਮੀਓ, ਉੱਥੇ ਫਿਰ ਜਿਹੜੀ ਵਿਪਰੀਤ ਬੁੱਧੀ ਆ, ਉਲਟ ਕਰਮ ਕਰਦੀ ਹੈ ਰੱਬ ਦੀ ਰਜ਼ਾ ਤੋਂ, ਉਹ ਖਤਮ ਹੋ ਜਾਂਦੀ ਹੈ। ਜਿਸ ਵੇਲੇ ਵਿਪਰਜੇ ਬੁੱਧੀ ਨਾਸ ਹੋ ਜਾਂਦੀ ਆ, ਉਸੇ ਵੇਲੇ ਖਿਨ ਦੇ ਵਿੱਚ ਬ੍ਰਹਮ ਗਿਆਨ ਆ ਜਾਂਦਾ ਹੈ, ਅਤੇ ਉਸੇ ਛਿਨ ਅਗਿਆਨ ਚਲਾ ਜਾਂਦਾ ਹੈ। ਜਿਸ ਛਿਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ, ਉਸੇ ਵੇਲੇ ਵਿਕਾਰਾਂ ਦਾ ਮੋਹ ਖੱਪ ਜਾਂਦਾ ਹੈ, ਵਿਕਾਰਾਂ ਦਾ ਮੋਹ ਨਾਸ ਹੋ ਜਾਂਦਾ ਹੈ। ਤੇ ਇਹ ਨਾਸ ਹੋਣ ਦੇ ਨਾਲ ਇੱਕ ਛਿਨ ਦੇ ਵਿੱਚ ਵਿਵੇਕ ਆ ਜਾਂਦਾ ਹੈ। ਵਿਵੇਕ ਦੇ ਆਉਣ ਨਾਲ ਇੱਕ ਛਿਨ ਵਿੱਚ ਦੇਹ ਅਧਿਆਸ ਜਿਹੜਾ ਉਹ ਚਲਾ ਜਾਂਦਾ ਹੈ। ਸਾਰਾ ਸੰਸਾਰ ਮਿਥਿਆ ਨਜ਼ਰ ਆਉਣ ਲੱਗ ਜਾਂਦਾ ਹੈ, ਤੇ ਇੱਕ ਪ੍ਰਮਾਤਮਾ ਹੀ ਸੱਚਾ ਸਰੂਪ ਪ੍ਰਤੀਤ ਹੁੰਦਾ ਹੈ। ਇੰਨਾ ਕੁ ਪਤਾ ਲੱਗਣ ਲੱਗ ਜਾਂਦਾ ਹੈ, ਕੁਛ ਨਹੀਂ ਇੱਥੇ ਆਪਣਾ ਹਰ ਇੱਕ ਚੀਜ਼ ਨੇ ਨਾਸ ਹੋ ਜਾਣਾ। ਇੱਕ ਪਰਮੇਸ਼ਰ ਦਾ ਨਾਮ ਹੀ ਰਹਿਣ ਵਾਲਾ। ਸੁਣਦੇ ਹੁੰਦੇ ਆ ਨਾ ਕਿ ਨਾ ਧੁੱਪ ਰਹਿਣੀ, ਨਾ ਛਾਂ ਬੰਦੇ ਆ, ਨਾ ਪਿਓ ਰਹਿਣਾ, ਨਾ ਮਾਂ ਬੰਦੇ ਆ। ਹਰ ਸ਼ੈ ਨੇ ਇੱਕ ਦਿਨ ਮੁੱਕ ਜਾਣਾ, ਇੱਕ ਰਹਿਣਾ ਰੱਬ ਦਾ ਨਾਮ ਬੰਦੇ ਆ। ਇੱਕ ਰੱਬ ਦਾ ਨਾਮ ਹੀ ਰਹਿਣਾ, ਇੱਥੇ ਕੋਈ ਕਿਸੇ ਦਾ ਨਹੀਂ। ਪੁਰਬ ਜਨਮ ਕੇ ਮਿਲੇ ਸੰਜੋਗੀ ਅੰਤੈ ਕੋ ਨਾ ਸਹਾਈ। ਜਿੰਨੇ ਵੀ ਮਿਲਿਆ ਸਾਡਾ ਮੇਲਾ ਸਭ ਦਾ ਪਰਿਵਾਰਾਂ 'ਚ, ਪਿੱਛੇ ਵਿਛੜੇ ਸਨ, ਹੁਣ ਮਿਲ ਗਏ। ਵਿਛੜਨਾ ਵੀ ਹੈ ਇੱਕ ਦਿਨ।
ਸੰਜੋਗ ਹੈ। ਤੇ ਮਹਾਰਾਜ ਕਹਿੰਦੇ ਫਿਰ ਉੱਥੇ ਵਿਵੇਕ ਵੈਰਾਗ ਪੈਦਾ ਹੋ ਜਾਂਦਾ ਹੈ ਕਿ ਸਭ ਕੁਛ ਨਾਸਵੰਤ ਹੈ, ਇੱਕ ਪਰਮਾਤਮਾ ਹੀ ਸੱਚ ਸਰੂਪ ਹੈ। ਸਾਧੂ ਇਹੋ ਤਨ ਮਿਥਿਆ ਜਾਨੋ, ਜਾਂ ਭੀਤਰ ਜੋ ਰਾਮ ਵਸਤ ਹੈ, ਸੱਚੋ ਤਾਹੇ ਪਛਾਨੋ। ਆ ਸਾਰਾ ਜਗ, ਆ ਤਨ ਵੀ ਸਾਡਾ ਮਿਥਿਆ, ਜੋ ਰਹਿਣ ਵਾਲਾ ਨਹੀਂ ਸਦਾ। ਜਾਂ ਭੀਤਰ, ਇਹਦੇ ਅੰਦਰ ਜੋ ਰਾਮ ਵਸ ਰਿਹਾ, ਰਮਿਆ ਹੋਇਆ ਰੋਮ ਰੋਮ ਦੇ ਵਿੱਚ ਪਰਮੇਸ਼ਰ, ਸਾਚੋ ਤਾਏ ਪਛਾਣੋ। ਉਹਨੂੰ ਹੀ ਸੱਚ ਮਾਨ, ਉਹਨੂੰ ਹੀ ਸੱਚ ਜਾਣ। ਸ਼ਬਦ ਪਛਾਣੈ ਰਬ ਰਹੈ, ਨਾ ਤਿਸ ਕਾਲ ਸੰਤਾਏ। ਜੋ ਸਤਿਗੁਰਾਂ ਦੇ ਸ਼ਬਦ ਦੀ ਪਛਾਣ ਕਰਦਾ ਹੈ, ਉਹ ਹਰ ਵਕਤ ਪਰਮਾਤਮਾ ਦੇ ਨਾਮ ਨੂੰ ਉਚਾਰਦਾ ਰਹਿੰਦਾ ਹੈ। ਉਹ ਹਰ ਵਕਤ ਪਰਮੇਸ਼ਰ ਦੇ ਵਿੱਚ ਰਸਿਆ ਰਹਿੰਦਾ ਹੈ। ਫਿਰ ਉਹ ਗੁਰਮੁਖ ਪਿਆਰੇ ਨੂੰ ਕਾਲ ਸਤਾ ਨਹੀਂ ਸਕਦਾ, ਭਾਵ ਦੁਖੀ ਨਹੀਂ ਕਰ ਸਕਦਾ। ਉਹ ਹਰ ਟਾਈਮ ਉਡੀਕ 'ਚ ਰਹਿੰਦਾ ਆਪਣੇ ਅੰਤ ਦੀ, ਭਾਵ ਆਪਣੀ ਮੌਤ ਦੀ, ਜਦੋਂ ਮਰਜ਼ੀ ਆ ਜਾਏ। ਉਹਦੇ ਮਨ ਵਿੱਚ ਅੰਦਰ ਕੋਈ ਚਿੰਤਾ ਨਹੀਂ ਹੈ। ਇਹ ਪਤਾ ਕਿ ਸੱਚ ਹੈ, ਇੱਕ ਦਿਨ ਇਹ ਨਾਸ ਹੋਣਾ ਸਰੀਰ ਨੇ, ਡਰੂਗੀ, ਚਿੰਤਾ ਨੱਠ ਜਾਂਦੀ ਹੈ। ਹੁਣ ਅਸੀਂ ਥੋੜ੍ਹਾ ਜਿੰਨਾ ਦੁੱਖ ਵੀ ਨਹੀਂ ਸਹਾਰ ਸਕਦੇ ਆ ਸਰੀਰ 'ਤੇ। ਇੱਕ ਦਿਨ ਉਹ ਜਿੰਦ ਨਿਕਲਣੀ ਅੰਦਰੋਂ, ਜਿੰਦਨ ਮਾਣੀ ਕੱਢੀਏ ਹੱਡਾਂ ਕੁਕੜ ਖਾਏ, ਜਾਂ ਲੱਕੜਾਂ 'ਚ ਧਰ ਦੇਣਾ ਘਰ ਦਾ। ਮਾੜਾ ਜਿਹਾ ਸੇਕ ਨਹੀਂ ਸੀ ਜਾ ਸਕਦੇ ਉਸ ਟਾਈਮ, ਸਾਰਾ ਸਰੀਰ ਹੀ ਮੱਚਣਾ, ਝੜ ਜਾਣਾ, ਸਭ ਕੁਝ ਖਤਮ ਹੋ ਜਾਏ। ਉਸ ਟਾਈਮ ਜਿਹਨੂੰ ਦਰਦ ਹੋਣਾ, ਅੰਦਰ ਹੋਣੀ ਨਹੀਂ, ਮਿੱਟੀ ਹੈ। 5 ਤੱਤਾਂ ਦਾ ਸਰੀਰ ਹੈ, 5 ਤੱਤ ਆਪੋ ਆਪਣੇ ਤੱਤਾਂ 'ਚ ਮਿਲ ਜਾਂਦੇ ਨੇ। ਆਪੇ ਦੀ ਪਛਾਣ ਕਰੀਏ। ਦੁੱਖ ਸੁੱਖ ਸਾਡੇ ਉਤਨਾ ਸਮਾਂ ਨੇ ਜਿੰਨਾ ਸਮਾਂ ਅਸੀਂ ਸਰੀਰ ਨਾਲ ਜੁੜੇ, ਆ ਦੇਹ ਨਾਲ ਜੁੜੇ। ਕਿਉਂਕਿ ਸਗਲ ਦੁੱਖ ਕਾ ਕਾਰਨ ਦੇ, ਪੰਡਤ ਤਾਰਾ ਸਿੰਘ ਜੀ ਮੋਹਤ ਪ੍ਰਕਾਸ਼ ਦੇ ਵਿੱਚ ਬਚਨ ਕਰਦੇ ਨੇ। ਸਗਲ ਦੁੱਖ ਕੋ ਕਾਰਨ ਦੇ, ਸਾਰੇ ਦੁੱਖਾਂ ਦਾ ਕਾਰਨ ਹੀ ਦੇਹ ਆ। ਦੇਹ ਦੇ ਨਾਲ ਲਗਾਓ ਆ ਤਾਂ ਦੁੱਖ ਸੁੱਖ ਹੋਣਾ। ਦੇਹ ਤੋਂ ਲਗਾਓ ਦੂਰ ਹੋ ਗਿਆ, ਬੰਦਾ ਦੁਖੀ ਨਹੀਂ ਹੋਏਗਾ। ਜਦੋਂ ਮਰਜ਼ੀ ਉਡਾਰੀ ਲਾ ਦੀ, ਜਦੋਂ ਮਰਜ਼ੀ ਬੁਲਾਵਾ ਆ ਜਾਏ, ਤਿਆਰੀ 'ਚ ਰਹਿੰਦਾ ਜੀ, ਦੁਖੀ ਨਹੀਂ ਹੋਏਗਾ। ਉਹ ਕਾਲ ਜਿਹੜਾ ਸਤਾ ਨਹੀਂ ਸਕਦਾ। ਤੇ ਮਹਾਰਾਜ ਕਹਿੰਦੇ ਆ, ਸਾਹਿਬ ਤੁਲ ਨਾ ਤੋਲੀਐ, ਕਥਨ ਨਾ ਪਾਇਆ ਜਾਏ। ਸਾਹਿਬ ਮਾਲਕ ਜੋ ਪਰਮੇਸ਼ਰ ਹੈ, ਉਹ ਅਤੁੱਲ, ਕਹੀਏ ਤੋਲਣ ਤੋਂ ਰਹਿਤ ਹੈ। ਸ਼ਾਸਤਰ ਪ੍ਰਮਾਣ ਰੂਪ ਵੱਟੇ ਪਾ ਕੇ, ਬੁੱਧੀ ਰੂਪ ਤੱਕੜੀ ਨਾਲ ਤੋਲਿਆ ਨਹੀਂ ਜਾ ਸਕਦਾ, ਅਤੇ ਕਥਨੀ ਕਰਕੇ ਪ੍ਰਾਪਤ ਨਹੀਂ ਕੀਤਾ ਜਾ ਸਕਦਾ। ਜੇ ਕੋਈ ਕਥਨ ਕਰਨਾ ਸਿੱਖ ਲਵੇ, ਵੇਦ ਪਾਠੀ ਹੋਵੇ, ਖੜ ਸ਼ਾਸਤਰੀ ਪੰਡਤ ਹੋਵੇ, 18 ਪੁਰਾਣ ਪੜ੍ਹੇ ਹੋਣ, ਕਥਨੀ ਇਤਨੀ ਸੁੰਦਰ ਹੋਵੇ ਕਿ ਸਾਰਿਆਂ ਨੂੰ ਮੋਹਿਤ ਕਰ ਲੇ, ਪਰ ਕਰਨੀ ਤੋਂ ਬਿਨਾ ਪ੍ਰੇਮਿਓ, ਕਮਾਈ ਤੋਂ ਬਿਨਾ ਉਹ ਪਰਮਾਤਮਾ ਜਿਹੜਾ ਹੈ ਨਹੀਂ ਮਿਲਦਾ, ਉਹਦੀ ਪ੍ਰਾਪਤੀ। ਇੱਥੇ ਗੁਰੂ ਦੇ ਘਰ 'ਚ, ਰੱਬ ਦੇ ਦਰ 'ਤੇ ਬੰਦੇ ਦੀ ਕਰਨੀ ਵੇਖੀ ਜਾਂਦੀ ਹੈ। ਕਰਨੀ ਕਿ ਅਸਲ ਦੇ ਵਿੱਚ ਬੰਦੇ ਦਾ ਜੀਵਨ ਕੀ ਆ।
ਸਭਨਾ ਕਾ ਦਰ ਲੇਖਾ ਹੋਏ। ਜਿਹੜਾ ਮਰਜੀ ਧਰਮ ਦਾ ਬੰਦਾ ਕਰਨੀ ਵਾਜੋਂ ਤਰੇ ਨਾ ਕੋਈ। ਆਪੋ ਆਪਣੀ ਕਰਨੀ, ਜਿੱਦਾਂ ਦਾ ਕਿਰਦਾਰ ਹੈ ਬੰਦੇ ਦਾ, ਭਾਵ ਜੋ ਕਮਾਈ ਹੈ ਅਸਲ ਦੇ ਵਿੱਚ ਉਹਦੇ ਹਿਸਾਬ ਦੇ ਨਾਲ ਹੀ ਪਰਮੇਸ਼ਰ ਦੀ ਪ੍ਰਾਪਤੀ ਹੈ। ਇਹ ਨਹੀਂ ਕਿ ਬੰਦਾ ਸੋਹਣੇ ਬਚਨ ਕਰਦਾ, ਸੋਹਣੀ ਕਥਾ ਕਰਦਾ, ਨਾ, ਇਹ ਤਾਂ ਦੇਖਣ ਵਾਲੀ ਚੀਜ਼ ਆ। ਮੋਹਿਤ ਕਰ ਲੈਣਾ ਲੋਕਾਂ ਨੂੰ, ਗਿਆਨ ਦੇਣਾ, ਮੱਤਾਂ ਵੰਡਣੀਆਂ, ਸਿਆਣਪਾਂ ਖੇਡਣੀਆਂ ਕਰਦੇ ਆ ਲੋਕ। ਤੇ ਬਾਣੀ ਦਾ ਸੰਦੇਸ਼ ਕੀ ਹੈ ਕਿ ਗੁਰ ਕੀ ਮਤ ਤੂੰ ਲੇਹ ਇਆਨੇ, ਭਗਤ ਬਿਨਾ ਵੋ ਡੂਬੇ ਸਿਆਣੇ। ਬੜੇ ਬੜੇ ਮੱਤਾਂ ਦੇਣ ਵਾਲੇ ਲੋਕਾਂ ਨੂੰ, ਸਿਆਣੇ ਖਵਾਉਣ ਵਾਲੇ ਡੁੱਬ ਰਹੇ। ਇਸ ਕਰਕੇ ਗੁਰਮੁਖੋ, ਕਰਨੀ ਤੋਂ ਬਿਨਾਂ ਨਾ, ਕਰਨੀ ਤੋਂ ਬਿਨਾਂ ਪਾਰ ਉਤਾਰਾ ਨਹੀਂ। ਬਾਬਾ ਮਾਇਆ ਸਾਥ ਨਾ ਹੋਏ। ਇਹ ਮਾਇਆ ਜਗ ਮੋਹ ਜਾਂ ਬਿਰਲਾ ਬੁੱਝੈ ਹੋਏ। ਕਰਨੀ ਉੱਚੀ ਰੱਖੋ ਕਿ ਮਨ ਹਾਲੀ ਕਿਰਸਾਣੀ, ਕਰਨੀ ਸ਼ਰਮ ਪਾਣੀ ਤਨ ਖੇਤ। ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਕਰਨੀ ਉੱਚੀ ਹੋਵੇ। ਅਸੀਂ ਅੱਜ ਕੱਲ੍ਹ ਲੋਕਾਂ ਦੀਆਂ ਗੱਲਾਂ ਵੇਖਦੇ ਹਾਂ, ਕਥਨੀ ਵੇਖਦੇ ਹਾਂ। ਬਾਣੀ ਕਹਿੰਦੀ ਹੈ ਮਨਮੁਖ ਕਥਨੀ ਹੈ ਪਰ ਰਹਿਤ ਨਾ ਹੋਈ। ਮਨਮੁਖਾਂ ਦੀ ਕੇਵਲ ਕਥਨੀ ਆ, ਉਹ ਗੱਲਾਂ ਹੀ ਸੋਹਣੀਆਂ ਕਰਦੇ ਨੇ, ਜੀਵਨ ਨਹੀਂ, ਕਿਰਦਾਰ ਨਹੀਂ। ਗੁਰਬਾਣੀ ਅੰਦਰ ਦੀ ਗੱਲ ਕਰਦੀ ਹੈ। ਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਹੀ ਨਹੀਂ ਠੀਕ, ਸਮਾਜਿਕ ਸੋਚ ਹੀ ਗਲਤ ਹੈ, ਉਹਦਾ ਅਧਿਆਤਮਿਕ ਜੀਵਨ ਵੀ ਨਹੀਂ ਠੀਕ ਹੋ ਸਕਦਾ। ਕਰਨੀ ਉੱਚੀ ਕਰੀਏ। ਪੰਜਾਬੀ 'ਚ ਕਹਿ ਲਈਏ ਕਰੈਕਟਰ ਜਿਹੜਾ ਵਾ ਉੱਚਾ ਸੁੱਚਾ ਹੋਵੇ, ਵਧੀਆ ਜੀਵਨ ਹੋਵੇ, ਜੀਵਨ ਵਾਲਾ ਬੰਦਾ ਹੋਵੇ। ਫਿਰ ਧਰਮਾਂ ਦੇ ਲੱਖ ਪਹਿਰਾਵੇ ਪਾਈ ਫਿਰਾਂ ਮੈਂ ਕਿਸੇ ਕੰਮ ਦੇ। ਅਸਲ ਦੇ ਵਿੱਚ ਬੰਦੇ ਦਾ ਜੀਵਨ ਕੀ ਆ, ਅੰਦਰ ਕੀ ਹੈ, ਫੁਰਨੇ ਕਿਉਂ ਜੇ ਨੇ, ਉਹ ਵੇਖਣਾ। ਇਸ ਕਰਕੇ ਗੁਰਮੁਖੋ, ਚੰਗੀ ਕਰਨੀ ਤੋਂ ਬਿਨਾਂ, ਕਮਾਈ ਤੋਂ ਬਿਨਾਂ, ਨਾਮ ਦੀ ਕਮਾਈ ਤੋਂ ਬਿਨਾਂ, ਕਥਾ ਦਾ ਕਰਨੀ ਬਾਹਰ ਆ, ਨਾਮ ਦੀ ਕਮਾਈ ਹੋ ਹੈ। ਗੁਰਬਾਣੀ ਨੂੰ ਆਧਾਰ ਬਣਾ ਲੈਣਾ ਜੀਵਨ ਦਾ, ਗੁਰਬਾਣੀ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰ ਦੇਣਾ, ਕੁਛ ਹੋਰ ਹੈ। ਉਹ ਤੋਂ ਬਿਨਾਂ ਰੱਬ ਦੀ ਪ੍ਰਾਪਤੀ ਨਹੀਂ। ਉੱਚਾ ਸੁੱਚਾ ਜੀਵਨ ਰੱਖੀਏ, ਕਰਨੀ ਉੱਚੀ ਰੱਖੀਏ ਜੀ। ਆਓ ਭੁੱਲਾਂ ਤੋਂ ਖਿਮਾ। ਇੱਥੇ ਸਮਾਪਤੀ ਹੈ। ਸ਼ਲੋਕ ਪਵਨ ਗੁਰੂ ਪਾਣੀ ਪਿਤਾ, ਦਿਵਸ ਰਾਤ ਦੁਇਦਾਈ ਦਾਇਆ। ਚੰਗਿਆਈਆਂ ਬੁਰਿਆਈਆਂ ਕਰਮੀ ਆਪੋ ਆਪਣੀ। ਜਿਨੀ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਜਿਨੇ ਨਾਮ ਤੇ ਆਇਆ, ਨਾਨਕ ਤੇ ਮੁਖ ਉਜਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।